ਸਲਾਮੁਅਲੈकुम ਦੋਸਤੋ, ਕੀ ਹਾਲ ਚਾਲ ਨੇ? ਠੀਕ ਹੋ? ਮੇਰਾ ਵੀਰ, ਇਹਨਾਂ ਮੌਲਵੀਆਂ ਨੇ ਸੂਦ ਨੂੰ ਹਲਾਲ ਕੀਤਾ ਹੈ ਔਰ ਇਸ ਤਰੀਕੇ ਕੀਤਾ ਹੈ ਕਿ ਕੋਈ ਵੀ ਜਿਹੜਾ ਵੀ ਅੱਜ ਕੱਲ੍ਹ ਦੀ ਪੋਜੀਸ਼ਨ ਹੋਵੇਗੀ ਸੂਦ ਤੋਂ ਬਗੈਰ ਉਹ ਰਹਿ ਹੀ ਨਹੀਂ ਸਕਦਾ। ਕਿਉਂਕਿ ਕਿਸ਼ਤਾਂ ਤੇ ਚੀਜ਼ ਲੈਣੀ ਇਹ ਸੂਦ ਹੈਗਾ ਸੀ, ਲੇਕਿਨ ਇਹਨਾਂ ਨੇ ਹਲਾਲ ਕਰ ਦਿੱਤਾ। ਹਲਾਲ ਇਹਨਾਂ ਇਸ ਤਰੀਕੇ ਕੀਤਾ, ਨਾ ਹੀ ਕੋਈ ਦੁਨੀਆ 'ਚ ਸੂਦ ਹੈਗਾ, ਪੂਰੀ ਦੁਨੀਆ 'ਚ ਸੂਦ ਕੋਈ ਨਹੀਂ ਅਗਰ ਇਹਨਾਂ ਦੇ ਹਿਸਾਬ ਵਿੱਚ, ਤੇ ਨਾ ਹੀ ਇਹ ਬਿੱਦਤ ਵਾਲਾ ਕੋਈ ਰੋਲਾ ਹੈ। ਕਾਫਰ ਅਗਰ ਬੁੱਤਾਂ ਨੂੰ ਪੂਜਦੇ ਨੇ, ਇਹਨਾਂ ਦੇ ਹਿਸਾਬ ਵਿੱਚ ਸਿਰਫ ਉਹ ਕਾਫਰ ਹੀ ਜਿਹੜੇ ਹਿੰਦੂ ਹੈਗੇ ਨੇ ਨਾ, ਉਹ ਜਿਹੜੇ ਬੁੱਤਾਂ ਨੂੰ ਪੂਜਦੇ ਨੇ, ਉਹ ਹੀ ਸਾਰੀ ਇਹਨਾਂ ਦੀ ਬਿੱਦਤ। ਉਹ ਕਹਿੰਦੇ ਨੇ ਉਹ ਬਿੱਦਤ ਹੈ। ਜਿਹੜੇ ਕਬਰਾਂ ਨੂੰ ਪੂਜਦੇ ਨੇ ਉਹ ਬਿੱਦਤ ਨਹੀਂ ਦੀ। ਜਿਹੜੇ ਦੁਆਵਾਂ ਵਿੱਚ ਕਿਸੇ ਹੋਰ ਕੋਲੋਂ ਮੰਗਦੇ ਨੇ, ਅੱਲਾ ਤੋਂ ਛੱਡ ਕੇ ਕਿਸੇ ਹੋਰ ਕੋਲੋਂ ਮੰਗਦੇ ਨੇ, ਉਹ ਵੀ ਬਿੱਦਤ ਇਹਨਾਂ ਦੇ ਹਿਸਾਬ ਵਿੱਚ ਨਹੀਂ ਹੈਗੀ। ਇਹਨਾਂ ਵਾਸਤੇ ਹਰਾਮ ਹਲਾਲ ਸਭ ਜਾਇਜ਼ ਹੈ। ਤੇ ਮੈਂ ਤੁਹਾਡੇ ਅੱਗੇ ਇਸ ਗੱਲੋਂ ਗੱਲ ਕਰਨਾ ਕਿ ਤਾਂ ਕਿ ਤੁਸੀਂ ਕੁਰਾਨ ਵੱਲ ਤਵੱਜੋ ਕਰੋ, ਕਿਉਂਕਿ ਅੱਲਾਹ ਤਾਲਾ ਨੇ ਨਬੀ ਕਰੀਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੇ ਕੁਰਾਨ ਉਤਰਿਆ ਹੈ। ਕੁਰਾਨ ਉਤਰਿਆ ਹੈ, ਲੇਕਿਨ ਨਬੀ ਨੇ ਕੁਰਾਨ ਦੀ ਤਫਸੀਲ ਨਹੀਂ ਕੀਤੀ। ਸਿਰਫ ਜੋ ਉਤਰਿਆ ਉਸ ਤਰੀਕੇ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ। ਸਹਾਬਾ ਨੇ ਤਫਸੀਲ ਨਹੀਂ ਕੀਤੀ। ਕੁਰਾਨ ਦੇ ਥੱਲੇ ਜਿਹੜੀ ਤਫਸੀਲ ਲਿਖੀ ਹੁੰਦੀ ਹੈ, ਨਾ ਨਬੀ ਨੇ ਕੀਤੀ ਨਾ ਸਹਾਬਾ ਨੇ ਕੀਤੀ। ਲੇਕਿਨ ਇਹ ਉਲਮਾ ਕਰਾਮ ਕੁਝ ਜ਼ਿਆਦਾ ਹੀ ਸਮਝਦਾਰ ਹੈਗੇ ਨੇ, ਕੁਝ ਜ਼ਿਆਦਾ ਹੀ ਆਦੇ ਆਪ ਨੂੰ ਅਫਜ਼ਲ ਕਹਿੰਦੇ ਨੇ ਕਿ ਇਹਨਾਂ ਥੱਲੇ ਆਦੇ ਇਹਦੀ ਅਕਲ ਨਾਲ ਤਫਸੀਲਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਾ ਨਬੀ ਨੇ ਤਫਸੀਲ ਕੀਤੀ ਨਾ ਸਹਾਬਾ ਨੇ ਤਫਸੀਲ ਕੀਤੀ। ਤਫਸੀਲਾਂ ਕੀਤੀਆਂ ਤੇ ਇਹਨਾਂ ਕੀਤੀਆਂ ਤਾਂ ਕਿ ਆਵਾਮ ਨੂੰ ਕੋਈ ਸਿੱਧਾ ਰਸਤਾ ਨਾ ਮਿਲ ਸਕੇ। ਇਹ ਫੇਰੀ ਰੱਖਣ, ਜਿੱਧਰ ਚਾਹੇ ਉਧਰ ਬੋਲ ਲਵਣ, ਲਗਾਮ ਇਹਨਾਂ ਦੇ ਹੱਥ ਵੀ ਰੱਖੀ ਹੈ। ਔਰ ਕੋਈ ਵੀ ਹੱਕ ਦੀ ਗੱਲ ਕਰਦਾ ਹੈ, ਕੋਈ ਕੁਰਾਨ ਦਾ ਤਰਜਮਾ ਤੁਹਾਨੂੰ ਦੱਸਦਾ ਹੈ, ਕੁਰਾਨ ਤੁਹਾਨੂੰ ਕਿੱਥੋਂ ਰੋਕਦਾ ਹੈ, ਕਿੱਥੇ ਲਿਜਾਂਦਾ ਹੈ, ਤੇ ਉਧਰ ਤੁਹਾਨੂੰ ਕੋਈ ਮੋੜਦਾ ਹੈ, ਤੇ ਇਹ ਉਹਨਾਂ ਦੇ ਗੱਲ ਪੈ ਜਾਂਦੇ ਨੇ, ਉਹਦੇ ਖਿਲਾਫ ਹੋ ਜਾਂਦੇ ਨੇ। ਅਗਰ ਤਫਸੀਲ ਦੀ ਗੱਲ ਕਰਨਾ ਹੈ ਤੇ ਸੁਨੀਆਂ ਦੀ ਤਫਸੀਲ ਅਲੱਗਾ ਹੈ, ਵਹਾਬੀਆਂ ਦੀ ਤਫਸੀਲ ਅਲੱਗਾ ਹੈ, ਸ਼ੀਆ ਦੀ ਤਫਸੀਲ ਅਲੱਗਾ ਹੈ। ਅਗਰ ਤਰਜਮੇ ਦੀ ਗੱਲ ਕਰਦੇ ਜੇ ਤੇ ਸਾਰਿਆਂ ਦਾ ਤਰਜਮਾ ਇੱਕ ਹੈ। ਆਇਤਾਂ ਦੀ ਗੱਲ ਕਰਦੇ ਸਭ ਆਇਤ ਇੱਕ ਜੈਸੀ, ਲੇਕਿਨ ਤਫਸੀਲਾਂ ਇਹਨਾਂ ਆਪਦੀ ਅਲੱਗਾ ਲਿਖ ਛੜੀਆਂ। ਤੇ ਮੇਰਾ ਵੀਰ, ਇਹਨਾਂ ਤੋਂ ਬਚੋ। ਅੱਲਾ ਇੱਕ, ਉਹਦਾ ਕੋਈ ਸ਼ਰੀਕ ਨਹੀਂ, ਬਸ ਉਹੀ ਇਬਾਦਤ ਕੇ ਲਾਇਕ ਹੈ। ਜਜ਼ਾਕ